ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦਲਜੀਤ ਅਜਨੋਹਾ। ਤੁਸੀਂ ਦੇਖ ਰਹੇ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਵੀ ਅਸੀਂ ਉਹੋ ਜਿਹੇ ਸੈਲੀਬ੍ਰਿਟੀ ਨੂੰ ਆਪਣੇ ਇਸ ਮੰਚ ਤੇ ਲਿਆਈਏ ਜਿਹੜੇ ਲੋਕਾਂ ਦੇ ਹਿੱਤ ਦੀ ਗੱਲ ਕਰਦੇ ਆ। ਤੇ ਅਸੀਂ ਅਕਸਰ ਆਪਣੇ ਬਜ਼ੁਰਗਾਂ ਤੋਂ ਸਿਆਣਿਆਂ ਤੋਂ ਸੁਣਦੇ ਹਾਂ ਕਿ ਜੇ ਸਰੀਰ ਸਾਡਾ ਨਿਰੋਗ ਆ, ਤੰਦਰੁਸਤ ਆ, ਤਾਂ ਅਸੀਂ ਕਿਸੇ ਵੀ ਮੁਕਾਮ ਨੂੰ ਬਹੁਤ ਹੀ ਵਧੀਆ ਤੇ ਆਸਾਨੀ ਨਾਲ ਹਾਸਲ ਕਰ ਸਕਦੇ ਹਾਂ। ਜੀ ਹਾਂ, ਅੱਜ ਅਸੀਂ ਇੱਕ ਆਪਣੇ ਵਿਸ਼ੇ ਤੋਂ ਵੱਖਰੇ ਤੌਰ ਤੇ ਅਲੱਗ ਤੌਰ ਤੇ ਕੋਸ਼ਿਸ਼ ਕੀਤੀ ਹੈ ਆਪਣੇ ਮੰਚ ਤੇ ਉਸ ਵਿਅਕਤੀ ਨੂੰ, ਉਹਨਾਂ ਸ਼ਖਸੀਅਤ ਨੂੰ ਲਿਆਉਣ ਦੀ ਵੀ ਜਿਹੜੇ ਲੋਕ ਡਾਕਟਰੀ ਪੇਸ਼ੇ ਦੇ ਨਾਲ ਸੰਬੰਧਿਤ ਨੇ, ਜਿਵੇਂ ਐਲੋਪੈਥੀ, ਆਯੁਰਵੈਦ, ਇਹ ਹੋਮੋਪੈਥੀ। ਬਹੁਤ ਸਾਰੇ ਲੋਕ ਇਹਨਾਂ ਪੈਥੀਆਂ ਨੂੰ ਜਾਣਦੇ ਆ ਤੇ ਇਲੈਕਟ੍ਰੋਪੈਥੀ ਜਿਹੜੀ ਆ ਇਹ ਤੋਂ ਲੋਕ ਘੱਟ ਵਾਕਫ ਆ। ਪਰ ਇਲੈਕਟ੍ਰੋਪੈਥੀ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਜਿਹੜੀ ਮੈਡੀਕਲ ਟ੍ਰੀਟਮੈਂਟ ਹੈ ਤੇ ਉਹ ਡਾਕਟਰ ਸਾਹਿਬ ਇੱਥੇ ਜਿਨ੍ਹਾਂ ਨਾਲ ਅਸੀਂ ਗੱਲ ਕਰਾਂਗੇ ਉਹ ਇਲੈਕਟ੍ਰੋਪੈਥੀ ਦੇ MD ਨੇ, ਸਪੈਸ਼ਲਿਸਟ ਨੇ, ਔਰ ਪਿਛਲੇ 30 ਸਾਲ ਤੋਂ ਲਗਾਤਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਅਜਨੋਹਾ ਵਿਖੇ ਆਪਣੇ ਗ੍ਰਹਿ ਵਿਖੇ ਹੀ ਇੱਕ ਕਲੀਨਿਕ ਦੇ ਤੌਰ ਤੇ ਜਿਹੜੇ ਉੱਥੇ ਸੇਵਾਵਾਂ ਦੇ ਰਹੇ ਨੇ। ਤੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਵੀ ਇਹਨਾਂ ਦੇ ਇੱਕ ਰਿਸਰਚ ਸੈਂਟਰ ਵੀ ਹੈ। ਡਾਕਟਰ ਜਸਵੀਰ ਸਿੰਘ ਉਹਨਾਂ ਨੇ ਬੁੱਕਸ ਵੀ ਲਿਖੀਆਂ ਇਲੈਕਟ੍ਰੋਪੈਥੀ ਨੂੰ ਲੈ ਕੇ। ਇਲੈਕਟ੍ਰੋਪੈਥੀ ਇੱਕ ਬਹੁਤ ਚਰਚਾ ਦਾ ਵਿਸ਼ਾ ਵੀ ਰਹੀ ਆ। ਵੱਖ-ਵੱਖ ਰਾਜਾਂ ਦੇ ਵਿੱਚ, ਵੱਖ-ਵੱਖ ਸਟੇਟਾਂ ਦੇ ਵਿੱਚ ਅਕਸਰ ਸਰਕਾਰਾਂ ਵੱਲੋਂ ਇਹਨਾਂ ਨੂੰ ਮਾਨਤਾ ਵੀ ਦਿੱਤੀ ਗਈ ਆ। ਅਸੀਂ ਇਹ ਸਾਰੀ ਗੱਲਬਾਤ ਦੀ ਜਾਣਕਾਰੀ ਲਵਾਂਗੇ ਡਾਕਟਰ ਜਸਵੀਰ ਸਿੰਘ ਜੀ, MD ਇਲੈਕਟ੍ਰੋਪੈਥੀ ਤੋਂ। ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਜਸਵੀਰ ਸਿੰਘ ਪਰਮਾਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਫਾਸਟ ਵੇ ਖਬਰਨਾਮਾ ਜਲੰਧਰ ਤੇ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਇਹ ਇਲੈਕਟ੍ਰੋਪੈਥੀ ਜਿੱਦਾਂ ਕਿ ਲੋਕ ਬਹੁਤ ਸਾਰੇ ਨਹੀਂ ਜਾਣਦੇ ਹਜੇ, ਤਾਂ ਹੁਣ ਤਾਂ ਵੈਸੇ ਆਮ ਲੋਕ ਜਾਣਨ ਲੱਗ ਪਏ। ਜਦੋਂ ਅਸੀਂ ਫਸਟ ਟਾਈਮ ਜਦੋਂ ਜਲੰਧਰ ਇੰਸਟੀਚਿਊਟ ਕਰਦਾ ਸੀ ਅਸੀਂ ਪਿੰਗਲਵਾੜੇ ਹਸਪੀਟਲ ਜਾਂਦੇ ਸੀ। ਉੱਥੇ ਜਦੋਂ ਅਸੀਂ ਪਹਿਲੀ ਵਾਰ ਗਏ, ਮੇਰੇ ਨਾਲ ਡਾਕਟਰ ਮੇਰੇ ਗੁਰਜੀਤ ਸਿੰਘ ਕੰਦ ਸੀ ਅਤੇ ਉੱਥੇ ਡਾਕਟਰ ਬਲਦੇਵ ਕਿਸ਼ੋਰ MSc MBBS। ਉਹ ਸਾਨੂੰ ਕਹਿੰਦੇ ਡਾਕਟਰ ਸਾਹਿਬ ਤੁਸੀਂ ਆਪਣੀਆਂ ਮਸ਼ੀਨਾਂ ਨਹੀਂ ਲੈ ਕੇ ਆਏ। ਅਤੇ ਸਾਨੂੰ ਮਨ ਥੋੜ੍ਹਾ ਜਿਹਾ ਕਿ ਮਸ਼ੀਨਾਂ ਕੀ ਕਰਨੀਆਂ ਸੀ, ਕਹਿੰਦੇ ਉੱਥੋਂ ਇਲੈਕਟ੍ਰੋਪੈਥੀ। ਤਾਂ ਫਿਰ ਉਹਨਾਂ ਨੂੰ ਅਸੀਂ ਸਮਝਾਇਆ ਵੀ ਇਹ ਮਸ਼ੀਨਾਂ ਦੇ ਨਾਲ ਨਹੀਂ, ਇੱਕ ਸਿਸਟਮ ਹੈ ਮੈਡੀਸਨ ਦਾ ਜਿਹੜਾ ਨਵਾਂ ਹੈ, ਫਿਫਥ ਮੈਡੀਕਲ ਨਿਊ ਸਾਇੰਸ ਆ। ਤਾਂ ਫਿਰ ਉਹ ਪਰ ਹੁਣ ਜਿਹੜੇ ਹਾਲਾਤ ਬਦਲ ਚੁੱਕੇ ਆ। ਹੁਣ ਅੱਜ ਤਾਂ ਆਮ ਲੋਕ ਜਿਹਨੂੰ ਜਾਣ ਲੱਗ ਪਏ ਇਲੈਕਟ੍ਰੋਪੈਥੀ ਕੀ ਆ। ਇੱਥੇ ਤੱਕ ਮੈਂ ਆਪਣੇ ਪਿੱਛੇ ਜਿਹੇ ਸੁਪਰੀਮ ਕੋਰਟ ਦੇ ਚੀਫ ਜੱਜ ਸੀ ਆਪਣੇ ਪਾਟਲ ਸਾਹਿਬ, ਉਹਨਾਂ ਨੇ ਤਾਂ ਆਪਣੀ ਟਿੱਪਣੀ ਵਿੱਚ ਜਿਹੜੀ ਸੁਪਰੀਮ ਕੋਰਟ 'ਚ ਇਹ ਲਿਖਿਆ ਵੀ ਇਲੈਕਟ੍ਰੋਪੈਥੀ ਸਭ ਤੋਂ ਤੇਜ਼, ਸ਼ਕਤੀਸ਼ਾਲੀ ਅਤੇ ਬਿਨਾਂ ਮਤਲਬ ਕਿਸੇ ਸਾਈਡ ਇਫੈਕਟ ਤੋਂ ਪੈਥੀ ਆ ਦੁਨੀਆ ਦੀ। ਅਤੇ ਉਹਨੇ ਆਪਣੀ ਜਿਹੜੀ ਸੁਪਰੀਮ ਕੋਰਟ ਦੀ ਟਿੱਪਣੀ ਦੇ ਵਿੱਚ ਲਿਖਿਆ। ਅਤੇ ਬਾਕੀ ਹੁਣ ਮੈਂ ਇਲੈਕਟ੍ਰੋਪੈਥੀ ਵਾਸਤੇ ਹੁਣ ਵੀ ਤੁਹਾਨੂੰ ਜਾਣਕਾਰੀ ਦਿੰਦਾ। ਇਲੈਕਟ੍ਰੋਪੈਥੀ ਇਟਲੀ ਸ਼ਹਿਰ ਦੀ ਆ, ਇਟਲੀ ਦੇ ਬਲੋਨਾ ਸਿਟੀ ਦੀ ਆ। ਇਹਨਾਂ ਦੇ ਜਿਹੜੇ ਫਾਊਂਡਰ ਆ ਡਾਕਟਰ ਕੋਂਸਿਜਮੈਟੀ, ਅਤੇ ਇਹਨਾਂ ਨੇ ਮਤਲਬ 1865 ਦੇ ਵਿੱਚ ਇਹਦੀ ਇਨਵੈਸ਼ਨ ਕੀਤੀ ਇਲੈਕਟ੍ਰੋਪੈਥੀ ਦੀ। ਅਤੇ ਪਹਿਲੇ ਜਿਹੜੇ ਆਪਣੇ ਡਾਕਟਰ ਕੋਂਸਿਜਮੈਟੀ ਸੀ, ਡਾਕਟਰ ਹੈਨੀਮਨ ਦੇ ਸ਼ਾਗਿਰਦ ਸੀ ਅਤੇ ਇਹ ਹੋਮੋਪੈਥੀ ਦੇ ਨਾਲ ਉਹਨਾਂ ਦੇ ਨਾਲ ਕੰਮ ਕਰਦੇ ਸੀ। ਫਿਰ ਇਹਨਾਂ ਨੇ ਕੁਛ ਦੇਖੇ, ਦੋਸ਼ ਦੇਖੇ ਵੀ ਹੋਮੋਪੈਥੀ 'ਚ ਕੀ ਆ, ਵੀ ਇਹਦਾ ਜਿਹੜਾ ਟ੍ਰੀਟਮੈਂਟ ਸਲੋ ਆ ਜਾਂ ਕਾਫੀ ਚੀਜ਼ਾਂ ਦੇਖੀਆਂ। ਫਿਰ ਉਸ ਤੋਂ ਬਾਅਦ ਇਹਨੇ ਆਪਣੀ ਨਵੀਂ ਇੱਕ 1865 ਦੇ ਵਿੱਚ ਇਲੈਕਟ੍ਰੋਪੈਥੀ ਜਿਹੜੀ ਆ ਉਹ ਮਤਲਬ ਜਿਹੜੀ ਇਲੈਕਟ੍ਰੋ ਹੋਮੋਪੈਥੀ ਵੀ ਕਹਿੰਦੇ ਆ, ਸ਼ਾਰਟਕਟ ਅਸੀਂ ਇਲੈਕਟ੍ਰੋਪੈਥੀ ਕਹਿ ਦਿੰਦੇ ਹਾਂ। ਇਲੈਕਟ੍ਰੋ ਦਾ ਮੀਨਸ ਹੈ ਜਿੱਦਾਂ ਸਾਡੀ ਬੋਡੀ ਦੇ ਮਤਲਬ ਜਿੱਦਾਂ ਅਲੱਗ-ਅਲੱਗ ਜਿਹੜੇ ਪਾਰਟ ਆ ਉਹਨਾਂ ਨੇ ਇੱਕ ਬੈਲੈਂਸ ਹੋ ਕੇ ਜਿਹੜੇ ਮੈਡੀਸਨ ਨੇ ਤਿਆਰ ਕੀਤੀ ਆ। ਜਿੱਦਾਂ ਸਾਡੇ ਬੋਡੀ 'ਚ ਹਰੇਕ ਚੀਜ਼ ਤੱਤ ਹੁੰਦੇ ਆ, ਜੇ ਸਾਡੇ ਜਿੱਦਾਂ ਹੁਣ ਮੈਗਨੀਸ਼ੀਅਮ ਆ ਜਾਂ ਆਇਰਨ ਨੇ ਕੋਈ ਵੀ ਚੀਜ਼ ਆ ਜਾਂ ਸ਼ੂਗਰ ਆ ਜਾਂ ਜੋ ਘਟ ਜਾਵੇ ਤਾਂ ਵੀ ਨੁਕਸਾਨ ਹੈ, ਵੱਧ ਜਾਵੇ ਉਹ। ਇਲੈਕਟ੍ਰੋਪੈਥੀ ਦਾ ਮੀਨ ਇਹੀ ਹੈ ਵੀ ਉਹ ਜਿਹੜੀ ਸਾਰੀ ਸਾਡੀ ਜਿਹੜੀ ਬੋਡੀ ਦੇ ਜਿਹੜੀ ਆ ਜਿਹੜੇ ਉਹਨਾਂ ਨੂੰ ਬੈਲੈਂਸ ਰੱਖਦੀ ਚੀਜ਼ਾਂ ਨੂੰ। ਅਤੇ ਇਸ ਕਰਕੇ ਇਹਨਾਂ ਨੇ ਉਸ ਹਿਸਾਬ ਨਾਲ ਇਹਨਾਂ ਦਾ 114 ਪਲਾਂਟ ਦਾ ਫਾਰਮਾਕੋਪੀ ਇਹਨਾਂ ਦਾ, ਅਤੇ ਇਹਨਾਂ ਨੇ 36 ਇੰਜੈਕਸ਼ਨ ਵੀ ਇੱਥੇ ਬਣਾਏ ਆ, ਕਾਫੀ ਜਿਹੜੇ ਅਸਰਦਾਰ ਆ। ਅਤੇ ਹੁਣ ਇਹਨਾਂ ਦੀ ਜਿਹੜੀ ਹੈ ਇੰਡੀਆ ਦੇ ਵਿੱਚ ਆਪਣੇ 1985 ਦੇ ਵਿੱਚ NE 'ਚ ਮੋਰ ਬਣਿਆ। ਪਰ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ, ਉਸ ਤੋਂ ਪਹਿਲਾਂ ਡਾਕਟਰ NL ਸਿਨਹਾ 1920 ਦੇ ਵਿੱਚ ਇਲੈਕਟ੍ਰੋਪੈਥੀ ਨੂੰ ਇੰਡੀਆ ਵਿੱਚ ਲੈ ਕੇ ਆਏ ਸੀ। ਅਤੇ ਸ਼ਾਇਦ ਕੁਛ ਲੋਕ ਕਹਿੰਦੇ ਆ ਵੀ ਇੱਕ ਡਾਕਟਰ ਜਸਵੀਰ ਸਿੰਘ ਸੀ ਆਪਣੇ ਦਿੱਲੀ ਵਿੱਚ, ਉਹ ਲੈ ਕੇ ਆਏ ਸੀ। ਪਰ ਜਿੱਥੇ ਤੱਕ ਅਸੀਂ ਪੜ੍ਹਿਆ ਆ ਉਹ 1920 ਵਿੱਚ ਡਾਕਟਰ NL ਸਿਨਹਾ ਕਾਨਪੁਰ ਵਾਲੇ ਉਹ ਲੈ ਕੇ ਆਏ ਸੀ। ਪਰ ਉਸ ਟਾਈਮ ਉਹਨਾਂ ਨੇ ਆਪਣੇ ਸੀਮਿਤ ਰਹੀ, ਇੱਥੇ ਟਾਈਮ ਇਲੈਕਟ੍ਰੋਪੈਥੀ ਰਹੀ, ਮਤਲਬ ਇੰਨਾ ਨਹੀਂ ਉਹਦਾ ਰਿਸਰਚ ਜਾਂ ਡਿਵੈਲਪਮੈਂਟ ਨਹੀਂ ਹੋਈ। 85 ਤੋਂ ਬਾਅਦ ਜਦੋਂ ਬੋਰਡ ਬਣਿਆ, ਇੱਕ ਨਵੀਂ ਕ੍ਰਾਂਤੀਕਾਰੀ ਇਲੈਕਟ੍ਰੋਪੈਥੀ ਟ੍ਰੀਟਮੈਂਟ ਵਿੱਚ ਆਈ। ਉਹਦੇ ਬਾਅਦ 1991 ਦੇ ਵਿੱਚ ਸੈਂਟਰ ਹੈਲਥ ਕਮਿਸ਼ਨ ਨੇ ਅਥੋਰਾਈਜ਼ ਬਾਈ ਮਿਨਿਸਟਰੀ ਗੌਰਮੈਂਟ ਆਫ ਇੰਡੀਆ ਕਰ ਦਿੱਤਾ, ਸੱਚ ਵਾਸਤੇ ਇੰਡੀਆ ਵਿੱਚ PDR ਕਰ ਦਿੱਤਾ। ਅਤੇ ਉਸ ਤੋਂ ਬਾਅਦ ਜਿੱਦਾਂ ਚੱਲਦੀ ਰਹੀ ਕਾਫੀ ਚੀਜ਼ਾਂ ਮਤਲਬ ਚੱਲੀਆਂ। ਜਿੱਦਾਂ ਇਹਨਾਂ ਦੇ ਮੈਡੀਕਲ ਇੰਸਟੀਚਿਊਟ ਅਸੀਂ ਵੀ ਮੈਂ 91 ਦੇ ਵਿੱਚ ਉੱਥੋਂ ਪਾਸ ਕੀਤੀ ਸੀ ਜਲੰਧਰ ਤੋਂ, ਡਾਕਟਰ ਚਾਵਲਾ ਪੰਜਾਬ ਮੈਡੀਕਲ ਇੰਸਟੀਚਿਊਟ ਤੋਂ। ਅਤੇ ਉਸ ਤੋਂ ਬਾਅਦ ਮੈਂ MD ਕੀਤੀ 93 ਦੇ ਵਿੱਚ। ਅਤੇ ਉਸ ਤੋਂ ਬਾਅਦ ਅਸੀਂ ਪ੍ਰੈਕਟਿਸ ਕਰ ਰਹੇ ਸੀ। ਫਿਰ ਕੋਈ ਇੱਦਾਂ ਨਵੀਆਂ ਚੀਜ਼ਾਂ ਆਉਂਦੀਆਂ ਉਸ ਕਰਕੇ ਤਾਂ ਇੱਕ ਨਵਾਂ ਮੂਡ 2007 ਵਿੱਚ ਆਇਆ, ਜਦੋਂ ਕਿ ਇਹਨੇ ਮਤਲਬ ਜਿਹੜੇ IMA ਦੇ ਕਹਿਣ 'ਤੇ ਜਾਂ ਪਤਾ ਨਹੀਂ ਮਤਲਬ ਕੀ ਇਹਨਾਂ ਦੀ ਮਤਲਬ ਦੂਸਰੇ ਸੀ, ਅਤੇ ਇਹਨੇ ਮਤਲਬ ਕਿਹਾ ਵੀ ਅਸੀਂ ਬਈ ਇਲੈਕਟ੍ਰੋਪੈਥੀ ਅਸੀਂ ਮਤਲਬ ਇੱਥੇ ਚੱਲਣੀ ਦੇਣੀ ਬੈਨ ਕਰ ਦੇਣੀ ਹੈ। ਉਸ ਟਾਈਮ ਅਸੀਂ ਪ੍ਰੈਕਟਿਸ ਕਰ ਰਹੇ ਸੀ, ਕਾਫੀ ਟਾਈਮ ਸਾਨੂੰ ਕਰਦੇ 14 ਸਾਲ ਹੋ ਵੀ ਗਏ ਸੀ।
ਤੇ ਕਾਫੀ ਸਾਨੂੰ ਮਤਲਬ ਇਹਦੇ ਤੇ ਮਤਲਬ ਹੋਇਆ ਮਰਾਜ ਨੌਲੇਜ ਹੋਇਆ ਵੀ ਮਤਲਬ ਗੌਰਮੈਂਟ ਕੀ ਕਰ ਰਹੀ ਹੈ ਵੀ ਜਦ ਕਿ ਇਹਦਾ ਸਾਈਡ ਇਫੈਕਟ ਨਹੀਂ, ਦੁਨੀਆ ਠੀਕ ਹੋ ਰਹੀ ਆ ਤੇ ਗੌਰਮੈਂਟ ਨੂੰ ਜਾਂ ਕਿਸੇ ਨੂੰ ਤੇ ਮਤਲਬ ਇਤਰਾਜ਼ ਤਾਂ ਹੈ ਨਹੀਂ। ਉਸ ਟਾਈਮ ਮੈਂ ਇੱਕ ਪੋਲੀਟੀਕਲ ਤੌਰ ਤੇ ਮਤਲਬ ਜਿਹੜਾ ਸੀ ਮੇਰੇ ਕੁਛ ਸੰਬੰਧ ਸੀ ਤੇ ਮੈਂ ਪਹਿਲਾਂ ਸੋਹਣ ਸਿੰਘ ਸਿੰਧਾ ਸਾਹਿਬ ਨਾਲ MLA ਨਾਲ ਗੱਲਬਾਤ ਕੀਤੀ। ਉਸ ਤੋਂ ਬਾਅਦ ਅਵਿਨਾਸ਼ ਰਾਏ ਖੰਨਾ 2007 ਦੇ ਵਿੱਚ ਮੇਰੇ ਕੋਲ ਖੁਦ ਮੇਰੇ ਇੱਥੇ ਆਏ ਤੇ ਫਿਰ ਉਹਨਾਂ ਨੇ ਮਤਲਬ ਪੁੱਛਿਆ MP ਸੇ ਹੁਸ਼ਿਆਰਪੁਰ ਤੋਂ ਵੀ ਕੀ ਤੁਹਾਨੂੰ ਕੋਈ ਪ੍ਰੋਬਲਮ ਕੀ ਆ ਰਹੀ ਹੈ। ਫਿਰ ਉਹਨੂੰ ਦੱਸਿਆ ਤਾਂ ਉਹਨੇ ਕਿਹਾ ਕੋਈ ਗੱਲ ਨਹੀਂ, ਇਹ ਤਾਂ ਕੁਛ ਨੋਰਮਲ ਜੀ ਗੱਲ ਹੈ ਵੀ ਇਹ ਤਾਂ ਐਵੇਂ ਆ ਮਤਲਬ ਦੂਜੇ ਕੀਤਾ ਹੈ ਵੀ ਮੈਂ ਕੋਈ ਗੱਲ ਨਹੀਂ, ਮੈਂ ਜਾ ਕੇ ਜਿਹੜੇ ਸੈਂਟਰ 'ਚ ਉਸ ਵੇਲੇ ਪਾਰਲੀਮੈਂਟ ਦੇ ਵਿੱਚ ਮੈਂ ਪੁੱਛੂੰਗਾ ਹੈਲਥ ਮਿਨਿਸਟਰ ਤੋਂ ਕੁਐਸਚਨ। ਪਰ ਉਸ ਤੋਂ ਪਹਿਲਾਂ ਮੈਂ ਉਹਨਾਂ ਦੇ ਨਾਲ ਕਰਨ ਤੋਂ ਬਾਅਦ ਰਾਸ਼ਟਰਪਤੀ ਕਲਾਮ ਸਾਹਿਬ ਨੂੰ ਮੈਂ 1/4/2007 ਨੂੰ ਲੈਟਰ ਲਿਖ ਚੁੱਕਾ ਸੀ। ਉਹਦੇ ਵਿੱਚ ਮੈਂ ਆਪਣੇ ਨਾਲ ਮੈਡੀਕਲ ਸਰਟੀਫਿਕੇਟ ਸਾਰੇ ਲਾਤੇ। ਉਹਨਾਂ ਨੂੰ ਮੈਂ ਇਹ ਪੁੱਛਿਆ ਵੀ ਇਹ ਜਿਹੜਾ ਇਹ ਨਹੀਂ ਕੱਢਿਆ ਕਿਉਂ ਕੱਢਿਆ ਮਤਲਬ ਕਰਕੇ ਇਹ ਜਦ ਸੁਪਰੀਮ ਕੋਰਟ ਜਾਂ ਉਹ ਸਾਰੀਆਂ ਮਤਲਬ ਜਿਹੜੀਆਂ ਉਹਨੂੰ ਅਥਾਰਟੀ ਦਿੱਤੀ ਉਹ ਸਾਰੀ। ਤਾਂ ਫਿਰ ਉਹ ਹੈ ਰਾਸ਼ਟਰਪਤੀ ਕਲਾਮ ਸਾਹਿਬ ਨੇ, ਮੈਂ ਬੜੀ ਉਹਨਾਂ ਦੀ ਤਾਰੀਫ ਕਰਦਾ, ਉਹਨਾਂ ਨੂੰ ਲੋਕਾਂ ਦੇ ਰਾਸ਼ਟਰਪਤੀ ਇਸੇ ਕਰਕੇ ਕਿਹਾ ਜਾਂਦਾ ਸੀ। ਇੱਕ ਸਾਦੇ ਕਾਗਜ਼ 'ਤੇ ਮੇਰਾ ਇੱਕ ਲੈਟਰ ਲਿਖਿਆ ਸੀ, ਉਹਨੇ ਉਹ ਲੈਟਰ ਜਿਹੜਾ ਆ ਹੈਲਥ ਮਿਨਿਸਟਰੀ ਨੂੰ ਫਾਰਵਰਡ ਕੀਤਾ। ਡਾਕਟਰ ਸਾਹਿਬ ਅਸੀਂ ਤੁਹਾਡੀ ਤੁਹਾਨੂੰ ਰੋਕਦੇ ਹਾਂ, ਜਿਹੜੇ ਲੈਟਰਸ ਤੁਸੀਂ ਉਹ ਅਬਦੁਲ ਕਮਾਲ ਜੀ ਜਿਹੜੇ ਸਾਡੇ ਸਹਿਯੋਗੀ ਸੀ ਉਹਨਾਂ ਦਿੱਤੇ, ਤੁਸੀਂ ਲੈਟਰ ਸਾਡੇ ਦਰਸ਼ਕਾਂ ਨੂੰ ਦਿਖਾਓ। ਕਈ ਵਾਰ ਸਾਨੂੰ ਵੀ ਇਹ ਕੋਸ਼ਿਸ਼ ਕਰਨੀ ਪੈਂਦੀ ਪਈ ਜਿਹੜੀ ਅਸੀਂ ਗੱਲ ਕਰੀਏ ਉਹਨੂੰ ਪੁਖਤਾ ਕਰਨ ਲਈ ਸਾਨੂੰ ਡਾਕੂਮੈਂਟ ਜ਼ਰੂਰ ਆਪਣੇ ਦਰਸ਼ਕਾਂ ਨੂੰ ਦਿਖਾਉਣੇ ਪੈਂਦੇ ਆ। ਤੇ ਪਲੀਜ਼ ਤੁਸੀਂ ਉਹ ਜਿਹੜੇ ਅਬਦੁਲ ਕਲਾਮ ਜੀ ਦਾ ਜਿਹੜਾ ਲੈਟਰਸ ਨੇ ਉਹ ਤੁਸੀਂ ਜ਼ਰੂਰ ਦਰਸ਼ਕਾਂ ਨੂੰ ਜੀ ਡਾਕਟਰ ਸਾਹਿਬ ਬਹੁਤ ਵਧੀਆ ਆਪਾਂ ਅਸੀਂ ਦਰਸ਼ਕਾਂ ਨੂੰ ਦੱਸ ਦਈਏ ਵੀ ਫਾਈਲ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਡਾਕਟਰ ਜਸਵੀਰ ਸਿੰਘ ਪਰਮਾਰ ਹੋਰਾਂ ਨੇ ਬਣਾਈ ਹੈ ਤੇ ਜਿਹਦੇ ਵਿੱਚ ਉਹਨਾਂ ਨੇ ਸਾਰੇ ਡਾਕੂਮੈਂਟ ਲਗਾਏ ਆ। ਜਦੋਂ ਦੀ ਉਹਨਾਂ ਨੇ ਜਿਹੜੀ ਬੁੱਕ ਲਿਖੀ ਆ ਅਸੀਂ ਉਹ ਵੀ ਆਪਣੇ ਦਰਸ਼ਕਾਂ ਨੂੰ ਦਿਖਾਵਾਂਗੇ ਤੇ ਨਾਲ ਦੀ ਨਾਲ ਹੈਲਥ ਮਿਨਿਸਟਰੀ ਨੂੰ ਫਾਰਵਰਡ ਰਾਸ਼ਟਰਪਤੀ ਭਵਨ ਥਰੂ ਹੋਈ ਸੀ। ਜੀ ਬਿਲਕੁਲ ਜੀ। ਉਹ ਤੋਂ ਬਾਅਦ ਇਹਦੇ ਬਾਅਦ ਜਿਹੜੀ ਹੈਲਥ ਮਿਨਿਸਟਰੀ ਦਾ ਜਿਹੜਾ ਹੈ ਇਹ ਜਿਹੜਾ ਫਿਰ ਰਾਸ਼ਟਰਪਤੀ ਮੇਰੇ ਆਇਆ ਸੀ, ਹੈਲਥ ਮਿਨਿਸਟਰੀ ਨੇ ਇੱਕ ਜਵਾਬ ਦਿੱਤਾ ਸੀ ਜਿਹਦਾ ਕਿ ਮੈਂ ਇਹਦੀ ਬੁੱਕ ਦੇ ਵਿੱਚ ਵੀ ਲਿਖਿਆ ਜ਼ਿਕਰ ਕੀਤਾ, ਉਹ ਤੁਹਾਨੂੰ ਮੈਂ ਬਾਅਦ 'ਚ ਦਿਖਾਉਣਾ। ਉਹ ਕਹਿੰਦੇ ਸੀ ਇਹ ਦੂਜਾ ਰੈਕੋਗਨਾਈਜ਼ ਨਹੀਂ। ਤਾਂ ਫਿਰ ਮੈਂ ਰਾਸ਼ਟਰਪਤੀ ਫਿਰ ਮੈਂ ਉਹੀ ਉਹਨੂੰ ਇਹ ਕੁਐਸਚਨ ਕੀਤਾ ਵੀ ਦੇਖੋ ਵੀ ਸਾਨੂੰ ਵੀ ਪਤਾ ਵੀ ਰੈਕੋਗਨਾਈਜ਼ ਨਹੀਂ ਹੈਗੀ। ਰੈਕੋਗਨਾਈਜ਼ ਇੰਡੀਆ ਦੇ ਵਿੱਚ 4 ਪੈਥੀਆਂ ਸਿਰਫ ਇਸ ਵੇਲੇ ਆ ਜੀ, ਲੈਕਟੋਪੈਥੀ ਅੰਦਰ ਸੱਚ ਆ। ਫਿਰ ਮੈਂ ਰਾਸ਼ਟਰਪਤੀ ਭਵਨ ਥਰੂ ਹੈਲਥ ਮਿਨਿਸਟਰ ਦੇ ਪੁੱਛਿਆ ਵੀ ਦੇਖੋ ਕੋਈ ਵੀ ਜਿਹੜੀ ਪੈਥੀ ਹੈ ਪਹਿਲਾਂ ਰਿਸਰਚ ਹੁੰਦੀ ਹੈ ਉਹ ਤੋਂ ਬਾਅਦ ਰੈਕੋਗਨਾਈਜ਼ ਹੁੰਦੀ ਆ ਜਾਂ ਪਹਿਲਾਂ ਰੈਕੋਗਨਾਈਜ਼ ਹੁੰਦੀ ਜਾਂ ਰਿਸਰਚ ਹੁੰਦੀ ਆ। ਜਿੱਦਾਂ ਕਿ ਉਹਨਾਂ ਨੂੰ ਮੈਂ ਆਪਣੇ ਲੈਟਰ ਦੇ ਵਿੱਚ ਇੱਥੇ ਮੇਰੇ ਕੋਲ ਅਮਲ ਕਰਕੇ ਇਹਦੇ ਵਿੱਚ ਕਿਤਾਬ ਵਿੱਚ ਪ੍ਰਿੰਟ ਕਰਾਇਆ ਉਹ। ਤੇ ਮੈਂ ਉਹਨੂੰ ਇਹੀ ਕਿ ਮਤਲਬ ਰਾਸ਼ਟਰਪਤੀ ਸਾਹਿਬ ਨੇ ਭਵਨ ਥਰੂ ਪੁੱਛਣਾ ਚਾਹਿਆ ਸੀ ਕਿ ਹੋਮੋਪੈਥੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਇੰਡੀਆ ਵਿੱਚ ਆਏ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਫਲੂ ਦੇ ਨਾਲ ਬਿਮਾਰ ਹੋ ਗਏ ਸੀ ਤਾਂ ਉਹਨਾਂ ਦਾ ਇੱਥੇ ਇਲਾਜ ਨਹੀਂ ਹੋਇਆ। ਕਿਸੇ ਨੇ ਇਹ ਦੱਸਿਆ ਵੀ ਕਿ ਆਪਣੇ ਜਰਮਨ ਦੇ ਵਿੱਚ ਇੱਕ ਨਵੀਂ ਪੈਥੀ ਆਈ ਹੈ, ਤੁਸੀਂ ਉਹ ਤੋਂ ਟ੍ਰੀਟਮੈਂਟ ਕਰਕੇ ਦਿਖਾਓ, ਕਰਕੇ ਦੇਖੋ ਸ਼ਾਇਦ ਠੀਕ ਹੋ ਜਾਓ। ਉਹਨਾਂ ਟਾਈਮ 'ਤੇ ਸ਼ਿਪ ਚੱਲਦੇ ਹੁੰਦੇ ਸੀ, ਐਰੋਪਲੇਨ ਵਗੈਰਾ 'ਤੇ ਚੱਲਦੇ ਨਹੀਂ ਸੀ। ਤੇ ਉਹ ਜਦੋਂ 2-2.5 ਮਹੀਨੇ ਡਾਕਟਰ ਉੱਥੋਂ ਬੁਲਾਇਆ, ਉਹਦਾ ਡਾਕਟਰ ਦਾ ਨਾਮ ਸੀ ਡਾਕਟਰ ਫੂਨੀਬਰਗਰ। ਉਹ ਆਇਆ ਤੇ ਕਲਕੱਤਾ ਪਹੁੰਚਿਆ ਜਿਹਦੇ ਤੇ ਜਾਨੂੰ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਗਈ 1839 ਦੇ ਵਿੱਚ। ਤੇ ਉਹ ਜਿਹੜਾ ਡਾਕਟਰ ਸੀ ਵਾਪਸ ਨਹੀਂ ਗਿਆ ਜਰਮਨ, ਉਹਨੇ ਇੱਥੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਰਾਸ਼ਟਰਪਤੀ ਦੇ ਮੇਰਾ ਲੈਟਰ ਵਿੱਚ ਸਾਰਾ ਜ਼ਿਕਰ ਕੀਤਾ ਆ, ਉਹਨੂੰ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਹਨੂੰ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਤਾਂ ਲੋਕ ਠੀਕ ਹੋਣ ਲੱਗੇ, ਹੌਲੀ ਹੌਲੀ ਕਰਕੇ ਮੈਡੀਕਲ ਕਾਲਜ ਖੁੱਲ੍ਹ ਗਏ। 1973 ਦੇ ਵਿੱਚ ਇੰਡੀਆ ਗੌਰਮੈਂਟ ਨੇ ਇਹਨੂੰ ਰੈਕੋਗਨਾਈਜ਼ ਕੀਤਾ। ਮੈਂ ਰਾਸ਼ਟਰਪਤੀ ਥਰੂ ਮਤਲਬ ਭਵਨ ਥਰੂ ਉਹਨਾਂ ਨੂੰ ਵੀ ਪੁੱਛਿਆ ਵੀ ਮੈਨੂੰ ਹੈਲਥ ਮਿਨਿਸਟਰੀ ਇਹ ਦੱਸੇ ਵੀ ਜੇ ਅਸੀਂ ਸੱਚ ਨਹੀਂ ਕਰ ਸਕਦੇ ਤੇ ਜਿਹੜੀ ਹੋਮੋਪੈਥੀ 139 ਸਾਲ ਜਾਂ ਆਯੁਰਵੇਦ ਬਰਮਾ ਦੇ ਟਾਈਮ 'ਤੇ ਸੀ ਜਾਂ ਜਿਹੜੀ ਐਲੋਪੈਥੀ ਸੀ ਉਹ ਅਕਬਰ ਦੇ ਟਾਈਮ 'ਤੇ ਆਈ ਸੀ, ਜਦੋਂ ਉਹਦੀ ਮੋਰਾਵਾਲੀ ਜਿਹੜੀ ਘਰ ਵਾਲੀ ਸੀ ਉਹ ਨੰਪ ਨੇ ਚੜ ਗਈ ਸੀ, ਇੰਗਲੈਂਡ ਤੋਂ ਡਾਕਟਰ ਮੰਗਾਇਆ ਸੀ। 1916 ਦੇ ਵਿੱਚ ਅੰਡਰ ਐਕਟ ਕਰਕੇ ਰੈਕੋਗਨਾਈਜ਼ ਨਹੀਂ ਇੱਥੇ ਕਰ ਦਿੱਤੀ, ਅੰਗਰੇਜ਼ਾਂ ਦਾ ਰਾਜ ਸੀ ਉਸ ਵੇਲੇ। ਤੇ ਮੈਂ ਮਤਲਬ ਇਹ ਪੁੱਛਣਾ ਚਾਹੁੰਦਾ ਜਦ ਤੁਸੀਂ ਜੇ ਕਿਸੇ ਨੂੰ ਸੱਚ ਨਹੀਂ ਹੋਣ ਦੋਗੇ ਤੇ ਫਿਰ ਉਹ ਰੈਕੋਗਨਾਈਜ਼ ਕਿੱਦਾਂ ਹੋਊਗੀ। ਤੇ ਜਿਹੜੀ ਬਾਕੀ ਜਿਹੜੀ ਪੈਥੀ 139 ਸਾਲ ਹੋਮੋਪੈਥੀ ਤੇ ਬਿਨਾਂ ਰੈਕੋਗਨਾਈਜ਼ ਤੋਂ ਕਿੱਦਾਂ ਕੰਮ ਕਰਦੀ ਰਹੀ, ਜੇ ਕਿਸੇ ਉਹ ਕੰਮ ਨਹੀਂ ਕਰਨ ਦੇਣਾ ਕਿਸੇ ਨੂੰ ਤੁਸੀਂ ਕਰਕੇ। ਤਾਂ ਫਿਰ ਉਹਨੂੰ ਰਾਸ਼ਟਰਪਤੀ ਨੇ ਉਸ ਵੇਲੇ 2020 ਜੂਨ 2007 ਨੂੰ ਮਤਲਬ ਲੈਟਰ ਆਇਆ ਵੀ ਸਾਡਾ ਇਹ ਮਤਲਬ ਸਰਕਾਰੀ ਤੇ ਮਤਲਬ ਕਾਰਵਾਈ ਹੋ ਰਹੀ ਆ। ਫਿਰ ਉਸ ਤੋਂ ਬਾਅਦ 10 ਦੇ ਵਿੱਚ ਆ ਜਿਹੜੀ ਸੈਂਟਰ ਮਿਨਿਸਟਰੀ ਸੀ ਉਹਨੂੰ ਮਤਲਬ ਕਹਿ ਦਿੱਤਾ ਵੀ ਜਿਹੜੀ ਆ ਇਹ ਪ੍ਰਾਈਵੇਟ ਮਿਨਿਸਟਰੀ ਆਫ ਗੌਰਮੈਂਟ ਇੰਡੀਆ ਮਤਲਬ ਇਹਦੀ ਹੈਗੀ ਆ, ਇਹਦੇ ਅੰਡਰ ਸੱਚ ਹੈ, ਕੋਈ ਵੀ ਦੂਸਰਾ ਨਹੀਂ ਕਰ ਸਕਦਾ ਪੂਰੇ ਇੰਡੀਆ ਵਿੱਚ। ਇਹਦੇ ਮੈਡੀਕਲ ਕਾਲਜ ਜਾਂ ਕੋਈ ਇਹਦੀ ਐਜੂਕੇਸ਼ਨ ਦੀ ਕਿਸੇ ਦੂਸਰਾ ਨਹੀਂ ਕਰਕੇ। ਉਸ ਤੋਂ ਬਾਅਦ ਕਾਫੀ ਮਤਲਬ ਵਧੀਆ ਤਰੀਕੇ ਨਾਲ ਚੱਲ ਰਿਹਾ। ਉਸ ਤੋਂ ਡਾਕਟਰ ਸਾਹਿਬ ਮੈਂ ਆਪਣੇ ਕਿਤਾਬ ਜਿਹੜੀ ਸੀ ਪਹਿਲਾਂ 2000 'ਚ ਲੈਕਟੋਪੈਥੀ ਚਮਤਕਾਰ ਲਿਖੀ ਅਤੇ ਇਹਨੂੰ ਕਾਫੀ ਰਿਸਪੌਂਸ ਮਿਲਿਆ ਮੈਨੂੰ ਕਰਕੇ। ਅਤੇ ਉਸ ਤੋਂ ਬਾਅਦ ਫਿਰ ਮੈਂ 2005 ਦੇ ਵਿੱਚ ਇੱਕ ਹਿੰਦੀ ਵਿੱਚ ਬੁੱਕ ਲਿਖੀ ਲੈਕਟੋਪੈਥੀ ਮਾਈ ਪਰਸਨਲ ਐਕਸਪੀਰੀਅੰਸ। ਅਤੇ ਉਸ ਤੋਂ ਬਾਅਦ ਮੈਂ 2010 ਵਿੱਚ ਇੱਕ ਹੋਰ ਲਿਖੀ, ਉਹਦੇ ਵਿੱਚ ਇਹ ਸਾਰੇ ਰਾਸ਼ਟਰਪਤੀ ਦੇ ਲੈਟਰ ਲੱਗੇ ਉਹ। ਅਤੇ ਇਹਦੇ 'ਚ ਇਹੀ ਸੀ ਵੀ ਲੋਕਾਂ ਦਾ ਕੀ ਰੁਝਾਨ ਆ ਜਾਂ ਇਹਦੇ ਮਤਲਬ ਲਾ ਕੀ ਕਹਿੰਦਾ ਗੌਰਮੈਂਟ ਦਾ, ਅਤੇ ਹੈਲਥ ਮਿਨਿਸਟਰੀ ਦੇ ਜਿਹੜੇ ਉਹਨੇ ਹੈਲਥ ਮਿਨਿਸਟਰੀ ਨਾਲ ਇਹਨੂੰ ਮਤਲਬ ਕੀਤੀ ਸੀ ਉਹ ਮੈਂ ਨਾਲ ਜਿਹੜੇ ਸਾਰੇ ਲੈਟਰ ਜਿਹੜੇ ਆ
ਇਹਦੇ ਨਾਲ ਆਏ ਜਿੱਦਾਂ ਇਹ ਸਾਰੇ ਜਿੱਦਾਂ ਤੇ ਲਾਸਟ ਦੇ ਵਿੱਚ ਕਰਕੇ ਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਅਲੱਗ-ਅਲੱਗ ਇੱਕ ਜਿਹੜੇ ਬਾਹਰ ਜਿੱਦਾਂ ਆ ਹੁਣ ਆਯੁਰਵੈਦਿਕ ਆ ਹੁਣ ਇੱਕ ਮੇਰੇ ਪਿੱਛੇ ਦੇ ਮੇਰੇ ਡਾਕਟਰ ਆ ਆਪਣੇ ਇੱਥੇ ਕੰਮ ਕਰਦੇ ਇੰਗਲੈਂਡ ਦੇ ਵਿੱਚ ਉਹ ਕਹਿੰਦੇ ਅਸੀਂ ਇਲੈਕਟ੍ਰੋਪੈਥੀ ਪ੍ਰੈਕਟਿਸ ਕਰਦੇ ਮੈਂ ਉਹਨੂੰ ਪੁੱਛਿਆ ਵੀ ਇਲੈਕਟ੍ਰੋਪੈਥੀ ਇੰਗਲੈਂਡ ਵਿੱਚ ਰੈਕਗਨਾਈਜ਼ ਆ ਉਹ ਕਹਿੰਦੇ ਨਹੀਂ ਫਿਰ ਮੈਂ ਕਿਹਾ ਤੁਸੀਂ ਕਿੱਦਾਂ ਕੰਮ ਕਰਦੇ ਹੋ ਉਹਨਾਂ ਨੇ ਮੈਨੂੰ ਦੱਸਿਆ ਕਿ ਗੁੱਡ ਸਮੀਰਡ ਐਕਟ ਹੁੰਦਾ ਆ ਉਹਦੇ ਅੰਡਰ ਅਸੀਂ ਮਤਲਬ ਕਿਤੇ ਸਾਡੇ ਆਯੁਰਵੈਦਿਕ ਕਿਤੇ ਵੀ ਇੰਡੀਆ ਤੋਂ ਬਾਹਰ ਕੰਮ ਕਰਦੀ ਉਹ ਇਸ ਐਕਟ ਕਰਦੇ ਆ ਜੇ ਬਾਹਰ ਨਹੀਂ ਆ ਮਤਲਬ ਇਹਨਾਂ ਦਾ ਐਕਟ ਆ ਤਾਂ ਉਸ ਨੇ ਦੱਸਿਆ ਵੀ ਮੇਰੇ ਕਾਫੀ ਵਧੀਆ ਮਤਲਬ ਅਸੀਂ ਕਰਕੇ ਵੀ ਸਾਲ ਕੁ ਸਾਨੂੰ ਮਤਲਬ ਜਿਹੜਾ ਹੋਰ ਇੱਧਰ ਮੈਂ ਟ੍ਰੇਨਿੰਗ ਕਰਨੀ ਕਿ ਪਈ ਸੀ ਕਿ ਇਲੈਕਟ੍ਰੋਪੈਥੀ ਦੀ ਮੈਡੀਸਨ ਨਹੀਂ ਕਹਿੰਦਾ ਆਰਾਮ ਨਾਲ ਸਾਨੂੰ ਮਿਲ ਰਹੀ ਹੈ ਯੂਕੇ ਦੀ ਬਣੀ ਮਿਲ ਰਹੀ ਹੈ ਤਾਂ ਜਾਂ ਜਰਮਨ ਚੋਂ ਵੀ ਆ ਰਹੀ ਹੈ ਸਾਡੇ ਕੋਲ ਤੇ ਮੇਰੇ ਕਹਿਣ ਦਾ ਭਾਵ ਹੈ ਅੱਜ ਕੱਲ੍ਹ ਇਹ ਮਤਲਬ ਪੂਰੇ ਵਰਲਡ ਦੇ ਵਿੱਚ ਜਿਹੜੀ ਕਾਫੀ ਵਧੀਆ ਜਿਹਾ ਰਿਜ਼ਲਟ ਆ ਤੇ ਇਹਦੇ ਨਾਲ ਕੁਛ ਇੱਦਾਂ ਦੇ ਕੇਸ ਆ ਜਿੱਦਾਂ ਜਿਹੜੇ ਅਸੀਂ ਨਹੀਂ ਜਿੱਥੇ ਅਸੀਂ ਸੋਚ ਨਹੀਂ ਸਕਦੇ ਕੈਂਸਰ ਆ ਜਾਂ ਹੋਰ ਜਿਹੜੀਆਂ ਬਿਮਾਰੀਆਂ ਆ ਜਿਹੜੇ ਅਸੀਂ ਇਲਾਜ ਕਰਨੇ ਉਹਦੇ ਟ੍ਰੀਟਮੈਂਟ ਇੱਥੇ ਇਸ ਪੈਥੀ ਨਾਲ ਕੀਤਾ ਜਾ ਸਕਦਾ ਬੜੇ ਬਿਨਾਂ ਸਾਈਡ ਇਫੈਕਟ ਤੋਂ ਬਹੁਤ ਵਧੀਆ ਸਸਤਾ ਇਲਾਜ ਹੈ ਜੀ ਬਿਲਕੁਲ ਡਾਕਟਰ ਸਾਹਿਬ ਤੁਸੀਂ ਬਹੁਤ ਤਫਸੀਲ ਨਾਲ ਇਸ ਇਲੈਕਟ੍ਰੋਪੈਥੀ ਬਾਰੇ ਸਾਡੇ ਦਰਸ਼ਕਾਂ ਨੂੰ ਦੱਸਿਆ ਤੇ ਕਈ ਵਾਰ ਆਪਾਂ ਇਸ ਭੁਲੇਖੇ ਦੇ ਵਿੱਚ ਵੀ ਇਲੈਕਟ੍ਰੋਪੈਥੀ ਨਾ ਇਦਾਂ ਦਾ ਤੇ ਲੋਕਾਂ ਨੂੰ ਐਂ ਲੱਗਦਾ ਵੀ ਬਿਜਲੀ ਨਾਲ ਇਹ ਖਰਿਆ ਟ੍ਰੀਟਮੈਂਟ ਹੋਣਾ ਇਲੈਕਟ੍ਰੋਪੈਥੀ ਤੁਸੀਂ ਤਫਸੀਲ ਨਾਲ ਦੱਸਿਆ ਵੀ ਇਲੈਕਟ੍ਰੋਪੈਥੀ ਕਿਸ ਤਰ੍ਹਾਂ ਦੀ ਪੈਥੀ ਹੈ ਔਰ ਕਿਸ ਤਰ੍ਹਾਂ ਇਹਦਾ ਟ੍ਰੀਟਮੈਂਟ ਹੈ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਜਿਵੇਂ ਤੁਸੀਂ ਰਿਸਰਚ ਸੈਂਟਰ ਵੀ ਹੈ ਇੱਥੇ ਪਿਛਲੇ 30 ਸਾਲ ਤੋਂ ਲਗਾਤਾਰ ਦਿਹਾਤ ਦੇ ਵਿੱਚ ਲੋਕਾਂ ਦੀ ਸੇਵਾ ਕਰਦੇ ਹੋ ਤੇ ਤੁਸੀਂ ਇਹਨਾਂ ਦੇ ਰਿਜ਼ਲਟਸ ਬਾਰੇ ਵੀ ਦੱਸਿਆ ਕੁਛ ਇੱਕ ਇਹੋ ਜਿਹੀਆਂ ਜਿਹੜੀਆਂ ਰੋਗ ਹੈਗੇ ਆ ਘੱਟ ਪੈਸੇ ਦੇ ਵਿੱਚ ਜਿਵੇਂ ਉਹ ਜੱਜ ਸਾਹਿਬ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਬੜੀ ਚੀਪੈਸਟ ਜਿਹੜੀ ਹੈਗੀ ਆ ਇਹ ਤੇ ਉਹ ਜਿਹੜੇ ਟ੍ਰੀਟਮੈਂਟ ਕੀਤੇ ਆ ਤੁਹਾਡੇ ਅਨੁਭਵ ਕਿਹੋ ਜਿਹਾ ਅਨੁਭਵ ਆ ਜਾਂ ਕਿੰਨੇ ਕੁ ਜਿਹੜੇ ਤੁਸੀਂ ਇਸ ਪੈਥੀ ਦੇ ਨਾਲ ਟ੍ਰੀਟਮੈਂਟ ਕਰਕੇ ਲੋਕਾਂ ਨੂੰ ਜਿਹੜੀ ਰਾਹਤ ਪਹੁੰਚੀ ਆ ਔਰ ਲੋਕ ਤੁਹਾਡੇ ਤੱਕ ਅਪਰੋਚ ਕਰਦੇ ਆ ਹੁਣ ਤੱਕ ਤੁਸੀਂ ਕਿੰਨੇ ਜਿਹੜੇ ਟ੍ਰੀਟਮੈਂਟ ਜਿਹੜੇ ਤੁਹਾਡੇ ਇੱਕ ਜਿਹਨ ਦੇ ਵਿੱਚ ਜਿਵੇਂ ਤੁਸੀਂ ਬੁੱਕਸ ਲਿਖੀਆਂ ਤੇ ਤੁਸੀਂ ਵੱਖ-ਵੱਖ ਜਿਹੜੇ ਸਾਹਿਬਾਨ ਜਿਹੜੇ ਸਾਡੇ ਉਹਨਾਂ ਨੂੰ ਲੈਟਰਸ ਪਾਏ ਉਹਨਾਂ ਦੇ ਰਿਪਲਾਈ ਤੁਹਾਨੂੰ ਆਏ ਜਿਹੜੇ ਰਿਪਰੈਜ਼ੈਂਟੇਟਿਵ ਸੀਗੇ ਇਹ ਸਾਰੀ ਜਿਹੜੀ ਪੈਥੀ ਦੇ ਨਾਲ ਜਿਹੜਾ ਤੁਹਾਡਾ ਪਰਸਨਲ ਅਨੁਭਵ ਰਹੇ ਐਜ਼ ਏ ਇਲੈਕਟ੍ਰੋਪੈਥੀ ਮਾਹਰ ਉਹ ਸਾਰੇ ਸਭ ਤੋਂ ਪਹਿਲਾਂ ਮੈਂ ਇੱਕ ਜਿਹੜਾ ਬਹੁਤ ਹੀ ਪਹਿਲਾਂ ਤਾਂ ਕੇਸ ਹੈ ਜਿਹੜੇ ਅਸੀਂ ਨੋਰਮਲ ਲੈ ਲੈਂਦੇ ਜਾਂ ਕੁਛ ਠੀਕ ਆ ਚੱਲਦੇ ਆ ਅਸੀਂ ਦੇਖਦੇ ਸੀ 2000 ਆਪਣੇ ਜਨਵਰੀ ਦੀ ਗੱਲ ਹੋਣੀ ਹੈ ਮੇਰੇ ਕੋਲ ਇੱਕ ਇਸ ਜਨੂਹੇ ਦਾ ਕੇਸ ਇੱਕ ਦਿਨ ਆਇਆ ਜੀ ਜਿਹੜਾ ਉਸ ਮਾਤਾ ਦਾ ਨਾਮ ਸੀ ਸਵਰਨਜੀਤ ਕੌਰ ਤੇ ਉਹਨਾਂ ਦੇ ਇਸ ਤਰੀਕੇ ਨਾਲ ਉਹਨਾਂ ਨੂੰ ਮਤਲਬ ਹੋ ਗਿਆ ਸੀ ਇੱਕ ਮਤਲਬ ਕੈਂਸਰ ਸੀ ਉਹਨਾਂ ਦੇ ਤੇ ਉਹਨਾਂ ਦੇ ਪਾਣੀ ਵੀ ਅੰਦਰ ਲੰਘ ਰਿਹਾ ਸੀ ਜਦੋਂ ਉਹਨੂੰ ਜਵਾਬ ਦੇ ਦਿੱਤਾ ਵੀ ਹਸਪੀਟਲ ਭੇਜਦਾ ਬੜੇ ਹਸਪੀਟਲ ਵਿੱਚ ਇਹਦੀ ਸੇਵਾ ਕਰ ਲਓ ਇਹਦੇ ਸਾਰੇ ਲੋਕ ਜਿਹੜੇ ਪਿੰਡ ਦੇ ਵਾਪਿਆ ਦੇਖਦੇ ਸੀ ਵੀ ਇਹ ਦੇਖਦੇ ਸੀ ਮਾਤਾ ਹੁਣ ਗਈ ਜਾਂ ਪਾਲੇ ਆ ਜਾਂ ਕੱਲ੍ਹ ਹੈ ਨਹੀਂ ਇਹ ਮਤਲਬ ਕਰਕੇ ਉਸ ਟਾਈਮ ਉਹਦੇ ਤਕਰੀਬਨ ਜਿਹੜੇ ਪਾਣੀ ਲੰਘ ਰਿਹਾ ਸੀ 2 ਗ੍ਰਾਮ ਵਿੱਚ ਵੀ ਸੀ ਤੇ ਤਾਂ ਜਦੋਂ ਮੇਰੇ ਕੋਲ ਲੈ ਕੇ ਮੈਂ ਟ੍ਰੀਟਮੈਂਟ ਉਹਦਾ ਸ਼ੁਰੂ ਕੀਤਾ ਕਰਦੇ ਜਦੋਂ ਕੋਈ ਜਿਹੜੀ ਆਮ ਡਾਕਟਰ ਨੇ ਕਿਹਾ ਸੀ ਵੀ ਇਹ ਠੀਕ ਨਹੀਂ ਹੋ ਸਕਦੀ ਜੇ ਇੱਕੋ ਹੀ ਇਹਦੇ ਆਪਾਂ ਸਟੈਂਟ ਪਾ ਦਿੰਦੇ ਅੰਦਰ ਪਿੰਡ ਦੇ ਸਿਰਫ ਉਹ ਵੀ ਇਹ ਜਦ ਤੱਕ ਇਹ ਜੀਦੀ ਅੰਦਰ ਇਹ ਤੇ ਲਿਕੁਇਡ ਜਾ ਸਕੂਗਾ ਖਾਣਾ ਗਾਣਾ ਨਹੀਂ ਕੁਛ ਨਹੀਂ ਖਾ ਸਕਦੀ ਜਿੰਨੇ ਕਿ ਸਾਹ ਚੱਲਦੇ ਪਰ ਉਹ ਮਤਲਬ ਇੰਨੀ ਮਤਲਬ ਜਿਹੜੀ ਪਰਮਾਤਮਾ ਦੀ ਕਿਰਪਾ ਹੋਈ ਸੀ ਮੈਡੀਸਨ ਮਤਲਬ ਜਿਹੜੀ ਸਟਾਰਟ ਕੀਤੀ ਉਹਦੇ ਨਾਲ ਉਹਦੇ ਜਿਹੜੇ ਹੌਲੀ ਕਰਕੇ ਉਹ 6 ਮਹੀਨੇ ਵਿੱਚ ਖਾਣਾ ਵੀ ਖਾਣ ਲੱਗ ਗਏ ਉਸ ਤੋਂ ਬਾਅਦ ਉਹ ਸੰਨ 14 ਵਿੱਚ ਅਮਰੀਕਾ USA ਦੇ ਉਹਦੇ ਲੜਕਾ ਨਾਲ ਲੈ ਗਿਆ ਤਾਂ ਟ੍ਰੀਟਮੈਂਟ ਸਾਡੀ ਬੰਦ ਸੀ ਫਿਰ ਨਹੀਂ ਮੈਂ ਚੱਲੀ ਬਾਅਦ 'ਚ 18 ਦੇ ਵਿੱਚ ਉਹਦੀ ਇੱਕ ਨੈਚੁਰਲੀ ਉੱਥੇ ਜਾ ਕੇ ਅਮਰੀਕਾ ਦੇ ਵਿੱਚ ਡੈਥ ਹੋਈ 10 ਸਾਲ ਸਾਡੀ ਟ੍ਰੀਟਮੈਂਟ ਤੋਂ ਬਾਅਦ ਮੰਨ ਲਓ ਠੀਕ ਰਹੀ ਉਸ ਤੋਂ ਬਾਅਦ ਇੱਕ ਹੋਰ ਆਪਣੇ ਲੇਸੀਵਾਲ ਆਦਮੀ ਕੋਲ ਲੱਗ ਕੇ ਕੇਸ ਹੈ ਜਸਵੀਰ ਕੌਰ ਦਾ ਨਾਮ ਸੀ ਤੇ ਉਹਨੂੰ ਆਪਣੇ ਇੱਕ ਮਸ਼ਹੂਰ ਹਸਪਤਾਲ ਤੋਂ ਜਿਹੜਾ ਲੁਧਿਆਣੇ ਤੋਂ ਲੈ ਕੇ ਆਏ ਸੀ ਮੇਰੇ ਕੋਲ ਤੇ ਉਹਨੂੰ ਕੈਂਸਰ ਸੀ ਉਹਦਾ ਟ੍ਰੀਟਮੈਂਟ ਕਰ ਰਿਹਾ ਸੀ 25 ਲੱਖ ਉਹਨਾਂ ਦੇ ਆਪਣੀ ਮੇਰੇ ਕੋਲ ਹੈਂਡ ਰਾਈਟਿੰਗ ਲਿਖੀ ਹੋਆ ਵੀ 25 ਲੱਖ ਸਾਡਾ ਰੁਪਈਆ ਉਸ ਲੱਗ ਚੁੱਕਾ ਸੀ ਤਾਂ ਜਦੋਂ ਲੈ ਕੇ ਆਏ ਤਾਂ ਉਹਨੂੰ ਮਤਲਬ ਮੇਰੇ ਕੋਲ ਕਿਉਂ ਮੈਥੇ ਅੰਦਰ ਸਾਡੇ ਮਤਲਬ ਕਾਰ ਨਹੀਂ ਆਈ ਉਹਦੀ ਤਾਂ ਉਹ ਚੱਕ ਲੈ ਕੇ ਆਏ ਜਦੋਂ ਉਹਨੂੰ ਮੈਂ ਦੇਖਿਆ ਤਾਂ ਮਤਲਬ ਕਾਫੀ ਦੀ ਉਹਨੂੰ ਵੋਮਟਿੰਗ ਕਰ ਰਹੀ ਸੀ ਮਤਲਬ ਕੁਛ ਨਹੀਂ ਉਹਦੇ ਅੰਦਰ ਬਚ ਰਿਹਾ ਸੀ ਤੇ ਉਹ ਜਦੋਂ ਟ੍ਰੀਟਮੈਂਟ ਉਹਨੂੰ ਸ਼ੁਰੂ ਕੀਤੀ ਤੇ ਉਹ ਜੀ 15 ਦਿਨ ਬਾਅਦ ਉਹ ਜੀ ਖਾਣਾ ਖਾਣ ਲੱਗੇ ਬਿਲਕੁਲ ਉਸ ਤੋਂ ਬਾਅਦ ਉਹਨੂੰ 8 ਮਹੀਨੇ ਦੀ ਟ੍ਰੀਟਮੈਂਟ ਤੋਂ ਬਾਅਦ ਉਹ ਬਿਲਕੁਲ ਠੀਕ ਹੋ ਗਈ ਤੇ ਹੁਣ ਇਸ ਵੇਲੇ ਵੀ ਉਹ ਸਹੀ ਸਲਾਮਤ ਨਿਊਯਾਰਕ ਅਮਰੀਕਾ ਦੇ ਵਿੱਚ ਬੈਠੀ ਹੈ ਤੇ ਇਸ ਤਰ੍ਹਾਂ ਇੱਕ ਹੋਰ ਆਪਣੇ ਹਰਸੀ ਪਿੰਡ ਟਾਂਡੇ ਲਾਗੇ ਦਾ ਕੇਸ ਆ ਉਹ ਜਿਹੜੇ ਉਹਦੇ 'ਚ ਉਹਨੂੰ ਕੀ ਮਤਲਬ ਅਸੀਂ ਆਪਣੇ ਅਮਰੀਕਾ ਦੇ ਵਿੱਚ ਸੀ ਮਾਤਾ ਸ਼ਕੁੰਤਲਾ ਦੇਵੀ ਨਾਂ ਸੀ ਤਾਂ ਉਹ ਟ੍ਰੀਟਮੈਂਟ ਕਰ ਰਹੇ ਸੀ ਤਾਂ ਉਹ ਠੀਕ ਨਹੀਂ ਹੋ ਰਿਹਾ ਸੀ ਆਖਰ ਉਹ ਡਾਕਟਰ ਨੂੰ ਕਿਹਾ ਵੀ ਘਰੇ ਸੇਵਾ ਕਰ ਲਓ ਤੇ ਜਦੋਂ ਉਹ ਮੇਰੇ ਕੋਲ ਇੱਥੇ ਵੀਜ਼ਾ ਲੈ ਕੇ ਇੰਡੀਆ ਦਾ ਆਏ 1 ਸਾਲ ਵਾਸਤੇ ਤੇ ਉਹਨੇ ਟ੍ਰੀਟਮੈਂਟ ਕੀਤੀ ਉਹ ਤਕਰੀਬਨ 1 ਸਾਲ ਬਾਅਦ ਬਿਲਕੁਲ ਉਹ ਠੀਕ ਠਾਕ ਹੋ ਕੇ ਜਿਹੜੀ ਉੱਥੇ ਮਤਲਬ ਵਾਪਸ ਗਈ ਤੇ ਇਸ ਤਰ੍ਹਾਂ ਇੱਕ ਹੋ ਰਿਹਾ ਜਿੱਦਾਂ ਅਸੀਂ ਬਾਕੀ ਤਾਂ ਚਲੋ ਕੇਸ ਆ ਕੋਈ ਕਰੋਨਾ ਕਿ ਆਪਾਂ ਕੋਈ ਵੀ ਪੇਸ਼ੈਂਟ ਆ ਉਹਦੇ ਮਤਲਬ ਡੈਥ ਹੋਣ ਨੂੰ ਟਾਈਮ ਲੱਗ ਜਾਂਦਾ ਜਾਂ ਮੌਕਾ ਮਿਲ ਜਾਂਦਾ ਇੱਕ ਹਾਰਟ ਦੇ ਕੇ ਇੱਦਾਂ ਦੇ ਕੇਸ ਹੁੰਦੇ ਆ ਜੀ ਇਹਨੂੰ ਕੁਛ ਵੀ ਪਲਾਂ ਦੇ ਵਿੱਚ ਖਤਮ ਹੋ ਜਾਂਦੇ ਆ ਉਹਦੀ ਇੱਕ ਮੈਂ ਦੱਸ ਦਿੰਦਾ ਇੱਕ ਰਾਜਪੁਰ ਭਾਈਆਂ ਇੱਥੇ ਸਾਡੇ ਲਾਗੇ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਉੱਥੇ ਇੱਕ ਬੀਬੀ ਜਸਵੀਰ ਕੌਰ ਹੈ ਉੱਥੇ ਦੀ ਤੇ ਉਹ ਮੇਰੇ ਕੋਲ 3 ਮਾਰਚ 99 ਨੂੰ ਮੇਰੇ ਕੋਲ ਲੈ ਕੇ ਆਏ ਤੇ ਉਹਨਾਂ ਨੇ ਮਤਲਬ ਜਿਹੜੀ ਇੱਕੋ ਗਾੜੀ ਪਹਿਲਾਂ ਕਰਾਈ ਉਹ ਸੀ ਤੇ ਪਹਿਲਾਂ ਵੀ ਤਾਂ ਟ੍ਰੀਟਮੈਂਟ ਜਿੰਦਾ ਚੱਲਦੇ ਰਿਹਾ ਤਾਂ ਉਸ ਵੇਲੇ ਉਹਨੂੰ ਕਹਿ ਰਹੇ ਸੀ ਵੀ ਆਪਰੇਟ ਕਰਨਾ ਪਰ ਸਾਡੀ ਗਾਰੰਟੀ ਹੈ ਨਹੀਂ ਕੋਈ ਵੀ
ਜੇ ਤਾਂ ਠੀਕ ਹੋ ਗਏ ਠੀਕ ਹੈ, ਨਹੀਂ ਤਾਂ ਮਤਲਬ ਕੋਈ ਇਹਦੀ ਗਾਰੰਟੀ ਹੈ ਨਹੀਂ। ਤਾਂ ਫਿਰ ਮੈਂ ਜਦੋਂ ਮੇਰੇ ਕੋਲ ਆਏ ਤਾਂ ਮੈਨੂੰ ਟ੍ਰੀਟਮੈਂਟ ਸ਼ੁਰੂ ਕੀਤਾ, ਮੈਂ ਦੇਖਿਆ ਉਹਨੂੰ ਵੈਂਟੀਕਲਸ ਵਧੇ ਹੋਏ ਸੀ, ਉਹਨਾਂ ਅਡੀਮਾ ਸੀ, ਉਹਦੇ ਮਤਲਬ ਚੱਲ ਪਏ ਸਾਹ ਚੜ੍ਹਦਾ ਸੀ, ਬਿਲਕੁਲ ਮੈਨੂੰ ਚੱਲ ਫਿਰ ਪਾ ਰਹੇ ਸੀ, ਟੈਂਪਰੇਚਰ ਹਮੇਸ਼ਾ ਉਹਨੂੰ ਰਹਿੰਦਾ ਸੀ। ਤੇ ਉਹਦੀ ਮੈਂ ਟ੍ਰੀਟਮੈਂਟ ਸ਼ੁਰੂ ਕੀਤੀ। ਤੇ ਉਹ ਜੋ ਮੈਂ ਬੁੱਕ ਹੈ ਉਹਨਾਂ ਵਿੱਚ ਮੈਂ ਬਕਾਇਦਾ ਇਹਨਾਂ ਦੀ ਜਿਹੜੀ ਟ੍ਰੀਟਮੈਂਟ ਲਿਖੀ ਹੋਊਗਾ, ਕਿਉਂ ਮੇਰੀ ਇਹ ਸੋਚਣੀ ਆ ਵੀ ਅੱਜ ਅਸੀਂ ਹੈਗੇ, ਕੱਲ੍ਹ ਨਹੀਂ ਹੋ ਸਕਦੇ। ਤੇ ਜੋ ਅਸੀਂ ਫਾਰਮੂਲੇ ਕੀਤੇ ਕਿ ਲੋਕਾਂ ਨੂੰ ਟੈਲੀਫੋਨ ਵੀ ਆਇਆ ਜੀ ਇੱਦਾਂ ਦਾ ਕੇਸ ਸੀ ਤੁਹਾਡੇ, ਸੀ ਬੁੱਕ ਨਾਲ ਟ੍ਰੀਟਮੈਂਟ ਕੀਤੀ, ਉਹ ਠੀਕ ਹੋ ਗਿਆ। ਤੇ ਮੈਨੂੰ ਖੁਸ਼ੀ ਹੁੰਦੀ ਹੈ ਇਹਦੇ ਕਰਕੇ ਵੀ ਕੋਈ ਅਸੀਂ ਆਪਣੇ ਨਾਲ ਤੋਂ ਕੋਈ ਲੈ ਨਹੀਂ ਜਾਣੀ ਚੀਜ਼। ਇਸ ਕਰਕੇ ਮੈਂ ਜੋ ਵੀ ਆ ਜਿਹੜੇ ਵੀ ਮੈਂ ਗੱਲ ਕਰ ਰਿਹਾ ਮੈਂ ਸਾਰੇ ਇਹਦੇ ਵਿੱਚ ਲਿਖ ਰਿਹਾ, ਉਹ ਕੇਸ ਜਿਹੜੇ ਲਿਖੇ ਹੋਊਗਾ ਸਾਰੇ ਵੀ ਕਿੱਦਾਂ ਉਹਨਾਂ ਕਿੱਦਾਂ ਆਏ ਸੀ, ਉਹ ਕੀ ਉਹਨੂੰ ਟ੍ਰੀਟਮੈਂਟ ਕੀਤੀ, ਕਿੱਦਾਂ ਕੀਤੀ। ਤਾਂ ਹੁਣ ਦੇਖੋ ਜੀ ਉਹਦੇ ਜਦੋਂ 6 ਮਹੀਨੇ ਬਾਅਦ ਉਹਨੂੰ ਤਾਂ ਠੀਕ ਮਤਲਬ ਅਸੀਂ 15 ਕੁ ਦਿਨ ਬਾਅਦ ਜਿਹੜਾ ਟੈਂਪਰੇਚਰ ਹੋ ਰਿਹਾ ਸੀ ਠੀਕ ਹੋ ਗਿਆ, ਕਿਉਂਕਿ ਲਾਜ਼ਮੈਂਟ ਵੈਂਟੀਕਲਸ ਉਹਦੇ ਹੋਏ ਸੀ, ਉਹਦੇ ਕਰਕੇ ਉਹਨੂੰ ਟੈਂਪਰੇਚਰ ਹੋ ਰਿਹਾ ਸੀ, ਉਹ ਸਾਹ ਵੀ ਚੜ੍ਹ ਰਿਹਾ ਸੀ ਕਰਕੇ। ਅਤੇ ਉਸ ਤੋਂ ਬਾਅਦ ਉਹ ਠੀਕ ਹੋ ਗਈ। ਪਰ ਟ੍ਰੀਟਮੈਂਟ ਉਹਦੀ ਮਤਲਬ ਚੱਲਦੀ ਆ ਹੁਣ 21 ਸਾਲ ਹੋ ਗਏ ਜੀ ਲਗਾਤਾਰ ਮੇਰੇ ਕੋਲ ਆਉਂਦੇ ਆ। ਪਿੱਛੇ ਜੇ ਕਾਫੀ ਮਤਲਬ ਟਾਈਮ ਉਹਨਾਂ ਨੂੰ ਹੋ ਗਿਆ, ਤਾਂ ਮੈਂ ਉਹਨੂੰ ਇੱਕ ਵਾਰੀ ਪਿੱਛੇ ਜੇ ਕਿਹਾ ਮੈਂ ਕਿ ਦੇਖੋ ਹੁਣ ਤਾਂ ਜੀ ਪਹਿਲਾਂ ਟ੍ਰੀਟਮੈਂਟ ਇਹਦੀ ਨਹੀਂ ਹੁੰਦੀ ਸੀ, ਇੰਨਾ ਸਾਡੇ ਕੋਲ ਟੈਕਨੀਕ ਨਹੀਂ ਸੀ ਇੰਡੀਆ ਦੇ ਵਿੱਚ। ਹੁਣ ਮੈਂ ਕਿਹਾ ਇੱਕ ਅੱਜ ਛਤਰੀ ਆ ਗਈ ਹੈ, ਤੁਸੀਂ PGI ਜਾਂ ਕਿਤੇ ਵੀ ਇਹਨੂੰ ਵਾਲੇ ਤੁਸੀਂ ਇਹਨੂੰ ਆਪਰੇਟ ਵਗੈਰਾ ਕਰਾ ਲਓ ਹੁਣ। ਤਾਂ ਉਹਨੂੰ ਬੜੇ ਦੂਜੇ ਨੇ ਕਿਹਾ ਕਹਿੰਦੇ ਦੇਖੋ ਡਾਕਟਰ ਸਾਹਿਬ ਹੁਣ 21 ਸਾਲ ਹੋ ਗਏ ਆ, ਹੁਣ ਤਾਂ ਮੇਰੇ ਬੱਚੇ ਵੀ ਮੈਂ ਵਿਆਹ ਲਿਆ ਇੱਕ ਕਰਕੇ, ਛੋਟੇ ਛੋਟੇ ਬੱਚੇ ਸੀ ਵੀ ਹੁਣ ਤੁਹਾਡੀ ਮੈਡੀਸਿਨ ਇੰਨੀ ਚਿਰ ਤੋਂ ਮੈਂ ਠੀਕ ਹੈ ਵੀ ਆਪਰੇਸ਼ਨ ਦਾ ਕੋਈ ਭਰੋਸਾ ਆ ਕੋਈ ਵੀ ਕਰਕੇ। ਇਸ ਕਰਕੇ ਵੀ ਮੈਂ ਹੱਥ ਜੋੜਦੀ ਹਾਂ, ਤੁਸੀਂ ਜਿੱਦਾਂ ਮੈਡੀਸਿਨ ਚੱਲਦੀ ਹੈ ਮੈਨੂੰ ਚੱਲਣ ਦਿਓ। ਇਸ ਕਰਕੇ ਇੱਦਾਂ ਲੋਕਾਂ ਦਾ ਇੰਨਾ ਵਿਸ਼ਵਾਸ ਹੈ, ਮਤਲਬ ਹੋਰ ਤੱਕ ਕਾਫੀ ਸਾਲ ਦੁਆਲੇ ਦੇ ਜਿਹੜੇ ਕਰਕੇ ਆ, ਕਿਉਂਕਿ ਅਸੀਂ ਸਾਡੇ ਕੋਲ ਨਾ ਤਾਂ ਜੇ ਸਾਡਾ ਵੀ ਟਾਈਮ ਕੀਮਤੀ ਆ। ਅਤੇ ਇਸ ਕਰਕੇ ਮੈਂ ਤੁਹਾਨੂੰ ਬਹੁਤ ਹੀ ਮਤਲਬ ਜਿਹੜੇ ਸ਼ਾਰਟਕੱਟ ਦੱਸਣਾ ਚਾਹੁੰਦਾ ਨਾ, ਕਾਫੀ ਇੱਦਾਂ ਦੇ ਕੇਸ ਆ ਜਿੱਥੇ ਨਹੀਂ ਵੀ ਕੋਈ ਪੈਥੀ ਕੰਮ ਕਰਦੀ, ਸਕਿਨ ਦੇ ਕੇਸ ਆ ਅਲੱਗ-ਅਲੱਗ। ਮਤਲਬ ਇਹ ਨਹੀਂ ਇੱਕੋ ਫੀਲਡ ਦੇ ਇੱਕ ਤੁਹਾਨੂੰ ਹੋਰ ਮਿਸਾਲ ਦਿੰਦਾ, ਇਹ ਕਿੱਥੇ ਆਪਣੇ ਜੜੋਹੇ ਦੀ ਆ, ਮੈਂ ਲਾਗੇ ਦੇ ਤਾਂ ਰਿਹਾ ਕਿਉਂਕਿ ਲੋਕਾਂ ਨੂੰ ਪਤਾ ਹੁੰਦਾ ਦੂਰ ਦੇ ਲੋਕਾਂ ਨੇ ਐਵੇਂ ਹਰੇ ਪਤਾ ਨਹੀਂ ਕੀ ਮਤਲਬ ਕਿਹੜੇ ਕਰ ਗਿਆ ਉੱਥੇ ਪਤਾ ਨਹੀਂ ਕਰ ਸਕਦੇ। ਇੱਥੇ ਜੜੋਹੇ ਦੇ ਇੱਕ ਕੇਸ ਆ, ਜਸਵੀਰ ਸਿੰਘ ਆ, ਹੁਣ ਤਾਂ ਇਸ ਵੇਲੇ ਇਟਲੀ ਦੇ ਵਿੱਚ ਆ। ਉਹਨਾਂ ਦੀ ਘਰ ਵਾਲੀ ਜ਼ਿਆਦਾ ਇੱਕਦਮ ਸੀਰੀਅਸ ਹੋ ਗਈ, ਤਾਂ ਉਹਨੂੰ ਜਲੰਧਰ ਦੇ ਕਿਤੇ ਮਸ਼ਹੂਰ ਹਸਪਤਾਲ ਜਿਹੜੀ ਲੈ ਕੇ ਗਏ, ਤਾਂ ਉਹਨੂੰ ਦੇਖਿਆ ਫਿਬਰੋਡ ਸੀ। ਅਤੇ ਉਹਨੂੰ ਜਿਹੜੀ ਆਪਰੇਸ਼ਨ ਉਸ ਟਾਈਮ ਉਹਨਾਂ ਦੀ ਕਰ ਦਿੱਤੀ ਵੀ ਉਹਨੂੰ ਦੱਸਿਆ ਵੀ ਕਹਾਂ ਕਿ ਬੱਚਾ ਜੋ ਕੁਐਸਚਨ ਹੈਗਾ ਉਹ ਹੋ ਨਹੀਂ ਸਕਦਾ, ਇਹ ਫਿਬਰੋਡ ਦੀ ਵਜ੍ਹਾ ਕਾਰਨ ਇਹਦੀ ਮਤਲਬ ਜਿਹੜੀ ਜਾਨ ਵੀ ਜਾ ਸਕਦੀ ਆ। ਇਸ ਕਰਕੇ ਤੁਸੀਂ ਮਤਲਬ ਜਿਹੜੀ ਆ ਵੀ ਇਹਦੇ ਜਲਦੀ ਤੋਂ ਜਲਦੀ ਇਹਦਾ ਜਿਹੜੀ ਇਹਦੇ ਬੱਚਾ ਦੀ ਜਿਹੜੀ ਇਹਦੀ ਰਿਮੂਵ ਕਰਾ ਦਿਓ, ਯੂਟਰਸ ਰਿਮੂਵ ਕਰਾ ਦਿਓ। ਅਤੇ ਉਹਨਾਂ ਦੀ ਮਾਤਾ ਸੀ ਉਹਨੂੰ ਟੈਲੀਫੋਨ ਇੱਦਾਂ ਕੀਤਾ ਵੀ ਦੇਖੋ ਡਾਕਟਰ ਸਾਹਿਬ ਅਸੀਂ ਤਾਂ ਇੱਦਾਂ ਚਾਹੁੰਦੇ ਹਾਂ, 2 ਕੁੜੀਆਂ ਆਈਆਂ ਵੀ ਲੜਕਾ ਵੀ ਹਰੇਕ ਦੀ ਇੱਛਾ ਹੁੰਦੀ ਹੈ, ਚਲੋ ਆਪਣਾ ਸਮਾਜਿਕ ਆਪਣੇ ਤੌਰ 'ਤੇ ਆ, ਵੈਸੇ ਲੜਕੀਆਂ ਦਾ ਅਸੀਂ ਫਰਕ ਤਾਂ ਕੋਈ ਸਮਝਦਾ ਨਹੀਂ ਕੋਈ ਵੀ, ਪਰ ਉਹ ਹਰੇਕ ਦੀ ਇੱਛਾ ਆਪਣੀ ਹੁੰਦੀ ਹੈ, ਮੈਂ ਉਹਨਾਂ ਦੀ ਇੱਛਾ ਮੰਨ ਲਓ ਉਸ ਟਾਈਮ ਦੀ ਸਾਨੂੰ ਦੱਸ ਰਿਹਾ। ਤਾਂ ਚਲੋ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਵੀ ਤੁਸੀਂ ਇੱਦਾਂ ਕਰੋ ਵੀ ਇਹ ਤਾਂ ਟ੍ਰੀਟਮੈਂਟ ਰਿਮੂਵ ਤੁਸੀਂ ਕਰਾਉਣਾ ਯੂਟਰਸ ਜਦੋਂ ਮਰਜ਼ੀ ਕਰਾ ਲਿਓ, ਤੁਸੀਂ ਬਈ ਇੱਕ ਵਾਰੀ ਤੁਸੀਂ ਬਈ ਉਹ 'ਚ ਛੁੱਟੀ ਲੈ ਲਓ, ਉੱਥੇ ਅਸੀਂ ਫਿਰ ਦੇਖਦੇ ਹਾਂ। ਫਿਰ ਮੈਂ ਉਹਦੀ ਟ੍ਰੀਟਮੈਂਟ ਸ਼ੁਰੂ ਕੀਤੀ, ਤੁਹਾਨੂੰ ਦੱਸਿਆ ਵੀ ਤੁਸੀਂ 1 ਸਾਲ ਤੁਸੀਂ ਟਰਾਈ ਨਾ ਕਰਿਓ ਕੋਈ ਵੀ ਇੱਦਾਂ ਕਰਕੇ। ਤਾਂ ਉਹਨੇ ਵਿੱਚ ਫਿਰ ਮਤਲਬ ਉਹਨੇ ਉਹੀ ਕੰਮ ਮਤਲਬ ਕਰ ਲਿਆ। ਅਤੇ ਉਸ ਤੋਂ ਬਾਅਦ ਜਦੋਂ ਫਿਰ ਉਹ ਤੋਂ ਬਾਅਦ ਉਹਦੇ ਸਕੈਨਿੰਗ ਕਰਾਉਣ ਵਾਸਤੇ ਮਤਲਬ ਭੇਜਿਆ, ਤਾਂ ਵੀ ਇਹ ਬੱਚਾ ਤਾਂ ਮਤਲਬ ਰਹਿਣਾ ਤਾਂ ਹੈ ਨਹੀਂ, ਕਹਾਂ ਜਿੱਦਾਂ ਉਹਦਾ ਵੇਟ ਵਧਣਾ ਆ ਫਿਬਰੋਡ ਕਰਕੇ ਉਹ ਬੱਚਾ ਬਾਹਰ ਆ ਜਾਣਾ, ਇਹ ਤੋਂ ਪਹਿਲੇ ਆ ਜਾਣਾ, 3-4 ਮਹੀਨੇ 'ਚ ਬਾਹਰ ਆ ਜਾਣਾ ਨਾ। ਅਤੇ ਉਹਨਾਂ ਨੇ ਫਿਰ ਮਤਲਬ ਸਕੈਨਿੰਗ ਕਰਾਉਣ ਗਿਆ ਵਾਸ਼ਿੰਗ ਕਰਾਉਣ, ਪਰ ਜਦੋਂ ਉੱਥੇ ਉਹਨੂੰ ਦੇਖਿਆ ਤਾਂ ਬੱਚਾ ਠੀਕ ਠਾਕ ਸੀ। ਅਤੇ ਹੁਣ ਇਸ ਵੇਲੇ ਬੱਚਾ ਉਹਦਾ ਇਟਲੀ ਵਿੱਚ 8ਵੀਂ 'ਚ ਪੜ੍ਹ ਰਿਹਾ, 8ਵੀਂ-9ਵੀਂ ਵਿੱਚ। ਤਾਂ ਇਲੈਕਟ੍ਰੋਪੈਥੀ ਟ੍ਰੀਟਮੈਂਟ ਲਈ ਡਾਕਟਰ ਕਹਿ ਰਹੇ ਸੀ ਵੀ ਕੋਈ ਵੀ ਇਹ ਬੱਚਾ ਹੀ ਹੋ ਹੀ ਨਹੀਂ ਸਕਦਾ ਕਦੇ। ਤਾਂ ਉਹ ਇਲੈਕਟ੍ਰੋਪੈਥੀ ਟ੍ਰੀਟਮੈਂਟ ਉਹ ਡਾਕਟਰ ਸਾਹਿਬ ਨੇ ਸਕੈਨ ਕਰਾ, ਉਹਨੂੰ ਪੁੱਛਿਆ ਤੁਸੀਂ ਟ੍ਰੀਟਮੈਂਟ ਕਿਹੜੀ ਦਿੰਦੇ ਹੋ, ਮੈਨੂੰ ਦੱਸਿਆ ਕਹਿੰਦੇ ਅਸੀਂ ਜਿਹੜੀ ਟ੍ਰੀਟਮੈਂਟ ਦਿੰਦੇ ਉਹ ਦੇਈ ਜਾਓ, ਬਾਕੀ ਕੁਛ ਠੀਕ ਠਾਕ ਹੈ ਸਭ ਕੁਛ। ਇਹ ਮਤਲਬ ਜਿਹੜੇ ਆ ਇੱਕ ਨਹੀਂ ਤਾਂ ਕਾਫੀ ਮਤਲਬ ਕੇਸ ਆ, ਕਾਫੀ ਮਤਲਬ ਜਿਹੜੇ ਅਸੀਂ ਕਈ ਇੱਦਾਂ ਹੁੰਦੇ ਆ, ਅਸੀਂ ਜਿੱਦਾਂ ਬੱਚੇ ਆ ਜਿੱਦਾਂ ਕਰਕੇ ਅਸੀਂ ਮੈਡੀਕਲ ਦੇ ਤੌਰ 'ਤੇ ਜਾਂ ਡਾਕਟਰੀ ਤੌਰ 'ਤੇ ਅਸੀਂ ਮਤਲਬ ਐਕਸਪੋਜ਼ ਨਹੀਂ ਕਰ ਸਕਦੇ, ਕਿਸੇ ਦਾ ਨਾਂ ਨਹੀਂ ਕਰ ਸਕਦੇ, ਉਹ ਤਾਂ ਉਹ ਆ ਜਿਹੜੀ ਅਸੀਂ ਨੋਰਮਲ ਜਿਹੜੀ ਕਰ ਸਕਦੇ ਹਾਂ। ਅਤੇ ਇੱਦਾਂ ਚੀਜ਼ਾਂ ਹੁੰਦੀਆਂ ਆਪਾਂ ਨਹੀਂ ਉਹਨਾਂ ਦੀ ਮਤਲਬ ਕਰ ਸਕਦੇ, ਇੱਦਾਂ ਦੀਆਂ ਲੋਕਾਂ ਦੇ ਮਤਲਬ ਅਸੀਂ ਸਮੱਸਿਆ ਹੱਲ ਕੀਤੀ ਹੈ, ਜਿਨ੍ਹਾਂ ਦੇ ਤਕਰੀਬਨ ਕਾਫੀ ਮਤਲਬ ਜਿਹੜੇ ਲੱਖਾਂ ਰੁਪਏ ਲੱਗ ਗਿਆ ਸੀ, ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਹੁਣ ਕਰੀਏ ਕੀ, ਘਰਾਂ 'ਚ ਬੈਠੇ ਸੀ ਜਿਹੜੇ ਅਸੀਂ, ਹੁਣ ਤਾਂ ਬਿਲਕੁਲ ਠੀਕ ਠਾਕ ਆ। ਡਾਕਟਰ ਸਾਹਿਬ ਇਹ ਦੋਸਤੋ ਇਹ ਸਨ ਡਾਕਟਰ ਜਸਵੀਰ ਸਿੰਘ ਜੀ, ਪਰਮਾਰ ਇਲੈਕਟ੍ਰੋਪੈਥੀ ਦੇ MD ਮਾਹਰ, ਜਿਨ੍ਹਾਂ ਨੇ ਆਪਣੇ ਬਹੁਤ ਵਿਸਤਾਰ ਦੇ ਨਾਲ ਇਲੈਕਟ੍ਰੋਪੈਥੀ ਦੇ ਬਾਰੇ ਦੱਸਿਆ ਅਤੇ ਕਿਸ ਤਰ੍ਹਾਂ ਟ੍ਰੀਟਮੈਂਟ ਕੀਤਾ ਜਾਂਦਾ, ਕਿੰਨਾ ਸਸਤਾ ਅਤੇ ਕਿੰਨਾ ਵਧੀਆ ਅਤੇ ਕਿੰਨਾ ਇਫੈਕਟਿਵ ਆ। ਦੋਸਤੋ ਆਪਾਂ ਇੱਥੇ ਵੀ ਗੱਲ ਦੱਸ ਦਈਏ ਵੀ ਸਾਡੀ ਇਹੋ ਜਿਹੀ ਕੋਈ ਮਨਸ਼ਾ ਨਹੀਂ ਹੈ ਕਿ ਅਸੀਂ ਡਾਕਟਰ ਜਸਵੀਰ ਸਿੰਘ ਪਰਮਾਰ ਦੀ ਕੋਈ ਐਡਵਰਟਾਈਜ਼ਮੈਂਟ ਕਰੀਏ ਜਾਂ ਐਡ ਕਰੀਏ। ਸਿਰਫ ਅਤੇ ਸਿਰਫ ਇਹਨਾਂ ਨੇ ਜਿਹੜੀਆਂ ਉਦਾਹਰਨਾਂ ਦਿੱਤੀਆਂ ਜਾਂ ਜਿਹੜੇ ਟ੍ਰੀਟਮੈਂਟ ਬਾਰੇ ਦੱਸਿਆ ਜਾਂ ਮਰੀਜ਼ਾਂ ਬਾਰੇ ਦੱਸਿਆ, ਉਹ ਸਿਰਫ ਅਸੀਂ ਇਲੈਕਟ੍ਰੋਪੈਥੀ ਦਾ ਜਿਹੜਾ ਪ੍ਰਭਾਵ ਆ, ਇਲੈਕਟ੍ਰੋਪੈਥੀ ਦਾ ਜਿਹੜਾ ਅਸਰ ਆ, ਉਹਦੇ ਬਾਰੇ ਵਿਸਤਾਰ ਨਾਲ ਆਪਣੇ ਲੋਕਾਂ ਨੂੰ, ਆਪਣੇ ਦਰਸ਼ਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਿ ਇਹ ਜਿਹੜਾ ਸਮਾਂ ਆ ਬਹੁਤ ਮਹਿੰਗਾ ਹੈ, ਕੋਵਿਡ ਵਰਗੀ
ਵਰਗੀਆਂ ਹੋਰ ਭਿਆਨਕ ਬਿਮਾਰੀਆਂ, ਬਲੈਕ ਫੰਗਸ, ਯੈਲੋ ਫੰਗਸ, ਵਾਈਟ ਫੰਗਸ ਜਾਂ ਹੋਰ ਕਈ ਇਹੋ ਜਿਹੀਆਂ ਬਿਮਾਰੀਆਂ ਜਿਨ੍ਹਾਂ ਦਾ ਇਸ ਪੈਥੀ ਦੇ ਨਾਲ ਟ੍ਰੀਟਮੈਂਟ ਬਹੁਤ ਹੀ ਈਜੀ ਤੇ ਬਹੁਤ ਹੀ ਆਸਾਨ ਤੇ ਬਹੁਤ ਹੀ ਘੱਟ ਪੈਸੇ ਦੇ ਨਾਲ ਕੀਤਾ ਜਾ ਸਕਦਾ। ਸੋ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਡਾਕਟਰ ਜਸਵੀਰ ਸਿੰਘ ਪਰਮਾਰ ਹੋਰਾਂ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕੀ ਕਿਹਾ ਤੁਸੀਂ ਇਸ ਚੈਨਲ ਦੇ ਮਾਧਿਅਮ ਰਾਹੀਂ ਸੁਣ ਕੇ ਅਸੀਂ ਸਮਝਦੇ ਹਾਂ ਤੁਸੀਂ ਉਹ ਜ਼ਰੂਰ ਉਹਦਾ ਫਾਇਦਾ ਲੈ ਸਕੋ।